ਵਿਗਾਸ ਦੇ ਚ ਖੇੜੇ ਦੇ ਚ ਫਰਕ ਨਹੀਂ ਪੈਂਦਾ। ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ। ਜੋ ਦਿਨ ਨੂੰ ਖਿੜਿਆ ਰਾਤ ਨੂੰ ਮੁਰਝਾ ਜਾਂਦਾ, ਮੌਸਮ ਦੇ ਚ ਖਿੜਿਆ ਬੇਮੌਸਮੀ ਮੁਰਝਾ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਜੋ ਭਗਤ ਹੈ ਸਦੀਵੀ ਖੇੜੇ ਚ ਹੈ। ਕਾਰਨ ਕੀ ਹੈ? ਸੁਣੀਏ ਦੁਖ ਪਾਪ ਕਾ ਨਾਸ, ਉਹਦੇ ਦੁੱਖ ਨਾਸ ਹੋ ਗਏ, ਉਹਦੇ ਪਾਪ ਨਾਸ ਹੋ ਗਏ। ਦੁੱਖਾਂ ਦਾ ਬੀਜ ਸੀ ਪਾਪ, ਪਾਪ ਦੀ ਵਜ਼ਾਹਤ ਦਾਸ ਨੇ ਕੱਲ ਕੀਤੀ। ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਚੋਟ ਪਹੁੰਚੇ ਬਸ ਉਹੀ ਪਾਪ ਹੈ, ਔਰ ਪਹੁੰਚਾਈ ਗਈ ਚੋਟ ਪਲਟ ਕੇ ਵਾਪਸ ਆਉਂਦੀ ਹੈ। ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਉਂਦਾ ਹੈ। ਰੱਬੀ ਨਿਜ਼ਾਮ, ਈਸ਼ਵਰੀ ਨਿਯਮ। ਕਿਸੇ ਨੂੰ ਮਨੁੱਖ ਦੁੱਖ ਦੇ ਚੁੱਕਿਆ ਹੈ तो इतनी गल स्पष्ट है, दुख भोगन ਲਈ ਤਿਆਰ भी हो जाए। ईरानी सूफी संत कह रहे हैं, यार रा खुद करदा रा इलाज नेस्त, जो तू कर चुके हैं ਉਹਦਾ इलाज मेरे कोल नहीं है। ਇੱਕੋ ਹੀ इलाज है, भोगन ਲਈ ਤਿਆਰ हो जा। यार रा खुद करदा रा इलाज नेस्त, करदनी ख्वाहिश ओ आमदनी पेश, जो तू कर चुके हैं तेरे सामने आवेगा। दुख दे चुके हैं, तेरी झोली च दुख वापस आएगा। किसी दी पग लाई है तो तेरे सिर ते सलामत नहीं रहनी। किसी दे रस्ते दा रोड़ा बनिया, तेरे रस्ते च भी कंडे ही कंडे। रब्बी नियम, ईश्वरी नियम। उस भगत दे अंदर इतना विगास क्यों है, खेड़ा क्यों है, सदीवी खुशी क्यों है? ਉਹਦੇ पाप मिट गए ते पाप दे मिटदियां दुख मिट गए। पाप दी छाप मिट गई। हर एक दा भला मंगदा है, बुरा नहीं मंगदा। यतन करके भला करदा है, बुरा करदा नहीं। ना बुरा सोचदा है, ना बुरा करदा है। मिट गई ये धारणा अंदरों। मन दे चों सारी बुराई निकल गई, तन दे चों सारी बुरी कृत निकल गई। ऐसा क्यों? सुनिए सुनिए दुख पाप का, सुनन करके। परमात्मा दा नाम सुनन करके। तरक खड़ी होवेगी, बड़ा कीर्तन सुने, बड़ी कथा सुनी है, बड़ी बाणी सुनी है, ना पाप मिटिया। पाप नहीं मिटिया क्योंकि दुख ही आ तो दुख पैदा हो रहा है पाप तो। दुख दा बीज पाप है और दुख फल है, सुख फल है। अगर दुख सुख फल है तो फिर जरूर इसका कोई बीज है। बिना बीज तो फल किथे? दुख सुख फल है, कर्म बीज है। एक बीज मनुख जमीन दे च बोंदा है, धरती दे च बोंदा है। धरती दा बोया होया बीज ऐसा भी हो सकता है, मैं बीजिया खा कोई होर रहा है, दरख्त मैं लाया है, छां तले कोई होर बैठा है, ਉਹਦੇ फल कोई होर खा रहा है। पर जीवन दी धरती दे जो मनुख कर्म दा बीज बोंदा है, वो आप ही खाना पैंदा है। आप बीज आपे ही खा, वो दूजा नहीं खा सकता। मैं बीजिया, मेरा पुत्र वो नहीं खा सकता। मैं बीजिया, मेरा पिता वो नहीं खा सकता। यही कारण है सारी दुनिया दे च धन वधदा जा रहा है, धर्म घटदा जा रहा है। प्यो दा धन पुत्र दा धन हो सकता है, पर प्यो दा धर्म पुत्र दा धर्म नहीं हो सकता। पति दा धन पत्नी दा हो सकता है,
ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ। ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪ ਨਾਲ ਜ਼ਿਕਰ ਕੀਤਾ ਹੈ। ਇਤਿਹਾਸਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਕਤ ਦੇ ਅਵਤਾਰੀ ਪੁਰਸ਼ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਉਹਨਾਂ ਦਾ ਵੱਡਾ ਸਾਹਿਬਜ਼ਾਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ। ਫਿਰ ਬਾਅਦ ਵਿੱਚ ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ। ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ। ਮੀਣਾ ਹੋਇਆ ਪ੍ਰਿਥੀਆ ਕਰ ਕਰ ਟੇੜਕ ਬਰਲ ਚਲਾਇਆ। ਔਰ ਜਦ ਬਾਰ-ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ, ਸਤਿਗੁਰੂ ਸਮਝਾਉਂਦੇ ਸਨ, ਨਹੀਂ ਸਮਝਿਆ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਗੁਰੂ ਰਾਮਦਾਸ ਜੀ, ਇਹ ਤੇ ਪਾਪ ਹੈ ਤੂੰ ਕਰਦਾ। ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਹੀ ਅਵਤਾਰ ਨਾਲ, ਆਪਣੇ ਪਿਤਾ ਨਾਲ ਹੀ ਝਗੜਦਾ ਹੈ। ਪਿਤਾ ਦੀ ਦੌਲਤ, ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ। ਅਗਰ ਐਸਾ ਹੁੰਦਾ ਤੇ ਗੁਰਗੱਦੀ ਤੇ ਗੁਰੂ ਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ, ਲਖਮੀ ਦਾਸ ਨੂੰ ਬਿਠਾਉਂਦੇ, ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ। ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁਣਨ ਦੀ ਕੀ ਲੋੜ ਸੀ। ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ, ਨਹੀਂ। ਇਹ ਵੀ ਮੈਂ ਅਰਜ਼ ਕਰਦੇ। ਪ੍ਰਹਿਲਾਦ ਧਾਰਮਿਕ ਹੈ, ਰੱਬੀ ਰਸ ਨਾਲ ਭਿਜਿਆ ਹੋਇਆ ਉਸਦਾ ਹਿਰਦਾ, ਸਵਾਸ ਸਵਾਸ ਨਾਮ ਜਪਣ ਵਾਲਾ। ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ, ਤਾਂ ਕਬੀਰ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੁ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70-80 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ, ਧਰੁ ਨੇ ਜਪਿਆ। ਕਮਾਲ ਇਸ ਬੱਚੇ ਤੋਂ ਪ੍ਰੇਰਨਾ ਲਈ ਹੈ ਔਰ 5 ਸਾਲ ਦੇ ਬੱਚੇ ਤੋਂ। ਕਬੀਰ ਕਹਿੰਦੇ ਨੇ, ਇੰਜ ਜਪ ਜਿਵੇਂ ਧਰੁ ਨੇ ਜਪਿਆ, ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ। ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੀ ਰਸ ਮੇਰੇ ਕੋਲ ਹੈ, ਮੇਰੇ ਪਿਓ ਕੋਲ ਵੀ ਹੋਵੇ, ਤਾਂ ਪਿਓ ਕੋਲ ਨਹੀਂ ਸੀ। ਪਿਓ ਹਰਨਾਕਸ਼ ਦੁਸ਼ਟ, ਪੁੱਤਰ ਵਕਤ ਦਾ ਸੱਜਣ ਭਗਤ, ਪਿਤਾ ਦੁਸ਼ਟ। ਲੇਕਿਨ ਪੁੱਤਰ ਭਗਤ ਹੈ। ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ, ਪ੍ਰੇਰਨਾ ਦਿੱਤੀ ਜਾ ਸਕਦੀ। ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ। ਇਹ ਮੈਂ ਅਰਜ਼ ਕਰਦੇ ਹਾਂ, ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ। ਇਸ ਵਾਸਤੇ ਇੱਕ ਆਲਮ ਕਹਿੰਦਾ ਹੈ, ਹਜ਼ਾरों खिजर पैदा कर चुकी है नस्ल आदम की, ये सब तस्लीम लेकिन आदमी अब तक भटकता है। हजारां अवतार आ चुके ने लेकिन मनुख ते अज भी भटक रहा है। बंदे दे पल्ले ते अज भी धर्म कोई नहीं। आप दी ज्ञात लई अर्ज करा, वाकई जिन्हां कोल रब्बी रस है ਉਹ ਸੈਂਕੜਿਆਂ 'ਚ ਇੱਕ ਦੋ ਨਹੀਂ, ਹਜ਼ਾਰਾਂ 'ਚ ਇੱਕ ਦੋ ਨਹੀਂ, ਕਰੋੜਾਂ 'ਚ ਇੱਕ ਦੋ ਨੇ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੀਤ, ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਪ੍ਰਹਿਲਾਦ ਧਾਰਮਿਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕਿਆ। ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ, 4-4 ਦਿਨ ਪਿਓ ਨੇ ਭੁੱਖਾ ਰੱਖਿਆ ਹੈ। ਲੇਕਿਨ ਇਹ ਭੁੱਖ ਦੇ 'ਚ ਵੀ ਨਾਮ ਜਪਦਾ ਰਿਹਾ। ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ। ਉਹ ਜੇਲ੍ਹ ਦੀ ਤੰਗ ਤਾਰੀਕ ਕੋਠੜੀ ਦੇ 'ਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ। ਲੋਕੀ ਆਪਣੇ ਮਹਿਲਾਂ ਦੇ 'ਚ ਵੀ ਨਹੀਂ ਗਾਉਂਦੇ। ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ। ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ।
ਉਹ ਇਸ ਤਰ੍ਹਾਂ ਦਾ ਭਗਤ। ਉਮਰ ਕੀ ਹੈ? 5 ਸਾਲ। ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਮੀਰਾ ਧਾਰਮਿਕ ਹੈ। ਮੀਰਾ ਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ ਹੈ। ਉਹਨੇ ਘਰੋਂ ਹੀ ਕੱਢ ਦਿੱਤਾ ਸੀ। ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਹੈ, ਸੰਤਣੀ ਨਹੀਂ ਚਾਹੀਦੀ। ਇਹ ਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ। ਇਹ ਤੇ ਹਰ ਵਕਤ ਗੀਤ ਗਾਉਂਦੀ ਰਹਿੰਦੀ ਹੈ ਪਰਮਾਤਮਾ ਦੇ। ਇਹ ਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਚਿਤੌੜਗੜ੍ਹ ਦੇ ਰਾਣੇ ਦਾ ਮੀਰਾ ਬਾਈ ਨਾਲ ਤਾਲਮੇਲ ਨਹੀਂ ਬੈਠਿਆ। ਔਰ ਮੀਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ, हे ਪ੍ਰਭੂ ਇਤਨਾ ਰਸ ਤੂੰ ਮੇਰੀ ਝੋਲੀ ਚ ਪਾ ਦਿੱਤਾ ਹੈ, ਡੁੱਲ ਡੁੱਲ ਕੇ ਪੈਂਦਾ ਹੈ, ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ। ਪ੍ਰਾਰਥਨਾ ਵੀ ਕਰਦੀ ਸੀ, ਪਰ ਨਹੀਂ, ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ। ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ, ਜ਼ਹਿਰ ਦਾ ਪਿਆਲਾ ਦਿੱਤਾ, ਪੀ ਗਈ, ਨਹੀਂ ਮਰੀ। ਸੱਪ ਭੇਜਿਆ ਡੰਗ ਮਾਰਨ ਵਾਸਤੇ, ਉਹਨੇ ਡੰਗ ਨਹੀਂ ਮਾਰਿਆ, ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਦੇ ਵਿੱਚ ਭਟਕਦੀ ਰਹੀ, ਕਿਉਂਕਿ ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ, ਮੰਦਰ ਦੇ ਚ ਦਾਖਲ ਨਹੀਂ ਹੋਣ ਦਿੰਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸਨੇ ਗੀਤ ਗਾਏ, ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ, ਸੋਨੇ ਦੇ ਕਲਸ਼ ਲਾਏ ਨੇ। ਮੀਰਾ ਧਾਰਮਿਕ ਸੀ, ਉਸਦਾ ਪਤੀ ਧਾਰਮਿਕ ਨਹੀਂ ਸੀ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਸੀ। ਇੱਕ ਸ਼ਬਦ ਤ੍ਰਿਲੋਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ। ਤ੍ਰਿਲੋਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ, ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢਦੀ ਹੈ ਰੱਬ ਨੂੰ। ਇੱਕ ਪ੍ਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ, ਇੱਕ ਪ੍ਰਮਾਤਮਾ ਦੀ ਨਿੰਦਾ ਕਰਦੀ ਹੈ। ਸ਼ਬਦ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਤ੍ਰਿਲੋਚਨ ਜੀ ਦਾ। ਐ ਗਵਾਰ, ਐ ਨਾ ਸਮਝ, ਇਹ ਕੀ ਕਰਦੀ ਹੈ ਅੰਮ੍ਰਿਤ ਵੇਲੇ? ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਤ ਸੁਕਰਤ ਥਾਰੋ ਕਰਮਰੀ। ਦੁਖੀ ਬਹੁਤ ਸੀ, ਤਨ ਕਰਕੇ ਇੱਕ ਰੋਗੀ ਸੀ ਤੇ ਅਧਕੜ ਉਮਰ ਹੋ ਗਈ ਸੀ, ਔਲਾਦ ਵੀ ਨਹੀਂ ਸੀ, ਬੱਚਾ ਵੀ ਨਹੀਂ ਸੀ। ਤੋ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ, ਇਹਦੇ ਗੀਤ ਗਾਈਏ। ਰੋਗ ਦਿੱਤਾ ਹੈ, ਰੋਗੀ ਤਨ ਦਿੱਤਾ ਹੈ, ਤੇ ਬੇ ਔਲਾਦ, ਔਲਾਦ ਕੋਈ ਨਹੀਂ। ਕੀ ਲੋੜ ਹੈ ਇਸ ਦੀ ਸਿਫਤੋ ਸਲਾਹ ਕਰਨ ਦੀ? ਤ੍ਰਿਲੋਚਨ ਸਮਝਾਉਂਦੇ ਨੇ ਦੁਕਰਤ ਸੁਕਰਤ ਥਾਰੋ ਕਰਮਰੀ, ਦੁੱਖ ਸੁੱਖ ਤੇ ਤੇਰੇ ਕਰਮਾਂ ਦਾ ਫਲ ਹੈ। ਦੁੱਖ ਸੁੱਖ ਤੇ ਫਲ ਹੈ, ਤੇ ਜੇ ਫਲ ਹੈ ਤੇ ਉਸਦਾ ਬੀਜ ਹੈ, ਉਸਦਾ ਬੀਜ ਹੈ ਤੇਰੇ ਕਰਮ। ਤੇ ਪਹਿਲੇ ਹੀ ਤੂੰ ਦੁੱਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁੱਖ ਪੈਦਾ ਹੋਵੇਗਾ, ਹੋਰ ਦੁੱਖ ਪੈਦਾ ਹੋਵੇਗਾ। ਸਮਝਾਉਂਦੇ ਨੇ ਤ੍ਰਿਲੋਚਨ ਆਪਣੀ ਪਤਨੀ ਨੇ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ, ਲੇਕਿਨ ਪਤਨੀ ਵੀ ਆਖਿਰ ਤ੍ਰਿਲੋਚਨ ਦੀ ਸੀ। ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ, ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟ ਹੀ ਨਹੀਂ ਸਕਦੇ, तो फिर गुण गायन करन दा मतलब की है? सिफतो सलाह करम दा मतलब की है? बड़ियां दलीलां दित्तियां त्रिलोचन ने। कीता कर्म नहीं मिटदा, कृत कर्म नहीं मिटदा। और फिर इस शब्द दी अखीरलियां पंक्तियां, चूंकि इस वक्त प्रकरण नहीं है मेरा, पूर्वलो कृत कर्म न मिटेरी घर गहन नहीं मिटदा। पूर्वलो कृत कर्म न मिटेरी घर गहन, तांचे मो जाफी अले राम चे नामंगे। इस वास्ते मैं प्रभु दा नाम जपदा, कर्म ते मिटना ही नहीं।
ਪਰ ਤਿਲੋਚਨ ਦੀ ਪਤਨੀ ਆਖਿਰ ਤਿਲੋਚਨ ਦੀ, ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ, ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ। ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ, ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦਿੰਦੀ ਹੈ, ਦੁੱਖ ਸੁੱਖ ਉਸ ਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ। ਨਹੀਂ ਤੇ ਅਕਸਰ ਮਨੁੱਖਾਂ ਨੂੰ ਕਿਧਰੇ ਸੁੱਖ ਹਿਲਾ ਕੇ ਰੱਖ ਦਿੰਦੇ ਨੇ, ਕਿਧਰੇ ਦੁੱਖ ਹਿਲਾ ਕੇ ਰੱਖ ਦਿੰਦੇ ਨੇ। ਕੋਈ ਸੁੱਖ ਕਰਕੇ ਅਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ, ਕੋਈ ਦੁੱਖ ਕਰਕੇ ਬੇਚੈਨ ਤੇ ਬੇਹਾਲ ਹੋ ਗਿਆ। ਰਸਤੇ ਦਾ ਰੋੜਾ ਬਣ ਗਿਆ ਕਿਧਰੇ ਸੁੱਖ, ਰਸਤੇ ਦਾ ਰੋੜਾ ਬਣ ਗਿਆ ਕਿਧਰੇ ਦੁੱਖ। ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ, ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ, ਰੁਕ ਗਏ ਨੇ। ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ, ਰੋੜਿਆਂ ਦੇ ਉੱਪਰੋਂ ਲੰਘ ਆਇਆ ਹਨ। ਰੋੜੇ ਤੇ ਕੋਈ ਗੱਲ ਨਹੀਂ, ਅਸੀਂ ਰੁਕਣਾ ਨਹੀਂ ਹੈ। ਦੁੱਖ ਤੇ ਕੋਈ ਗੱਲ ਨਹੀਂ, ਨਾ ਸੁਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਦੁੱਖ ਤੇ ਆਇਆ ਹੈ, ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ। ਅਗਰ ਤਨ ਨੂੰ ਛੂ ਵੀ ਗਿਆ ਤੇ ਠੀਕ ਹੈ। ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ, ਚਿੰਤਾ ਨਹੀਂ ਪੈਦਾ ਹੁੰਦੀ, ਦੁੱਖ ਨਹੀਂ ਪੈਦਾ ਹੁੰਦਾ, ਸੰਤਾਪ ਨਹੀਂ ਪੈਦਾ ਹੁੰਦਾ। ਕੋਈ ਬਾਹਰੋਂ ਔਕੜ ਆ ਗਈ ਹੈ, ਕੋਈ ਗੱਲ ਨਹੀਂ। ਕੋਈ ਤਨ ਦੇ ਚ ਰੋਗ ਪੈਦਾ ਹੋ ਗਿਆ, ਕੋਈ ਗੱਲ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾਂਕੇ। ਤੇ ਸੁਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ, ਕੋਈ ਬਹੁਤੀ ਪਕੜ ਵੀ ਨਹੀਂ ਰਹੇਗੀ। ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਹੁੰਦੀ ਹੈ, ਦੁੱਖ ਸੁੱਖ ਕਰਤ ਜਨਮ ਫੁਨ ਮੋਆ। ਦੁੱਖ ਦੇ ਚ ਰੋਂਦਾ ਰਿਹਾ, ਸੁੱਖ ਦੇ ਚ ਹੱਸਦਾ ਰਿਹਾ, ਆਖਰ ਮਰ ਗਿਆ। ਇਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ। ਮੈਨੂੰ ਇੱਕ ਛੋਟੀ ਜਿਹੀ ਗਾਥਾ ਯਾਦ ਆਈ ਹੈ। ਈਰਾਨ ਦੇ ਸ਼ਹਿਨਸ਼ਾਹ ਨੇ ਕਿਧਰੇ ਫਿਰਦੌਸੀ ਨੂੰ ਕਿਹਾ, ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ। ਸਾਰੇ ਸੰਸਾਰ, ਹਰ ਮੁਲਕ, ਹਰ ਕੌਮ ਵਿੱਚ ਜੋ ਇਤਿਹਾਸਕ ਵਾਕੇ ਹੋਏ ਨੇ, ਜੋ ਕਾਬਲੇ ਦੀਦ ਹੋਵਨ, ਕਾਬਲੇ ਸ਼ੁਨੀਦ ਹੋਵਨ, ਉਹ ਮੈਂ ਜਾਣਨਾ ਚਾਹੁੰਦਾ। ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਵਿੱਚ ਮੇਰੇ ਸਾਹਮਣੇ ਲਿਆ। ਫਿਰਦੌਸੀ ਸ਼ਾਇਰ ਸੀ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦੌਸੀ ਨੂੰ ਸਨਮਾਨ ਦਿੰਦੇ ਨੇ। ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ, ਜਿੱਤ ਦੀ ਜੋ ਚਿੱਠੀ ਲਿਖੀ ਹੈ, ਜ਼ਫਰਨਾਮੇ ਦਾ ਮਤਲਬ ਜਿੱਤ ਦੀਆਂ ਚਿੱਠੀਆਂ। ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚੇ ਖੁਸ਼ ਗੁਫਤੋ ਫਿਰਦੌਸੀਏ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰੇ ਆਹਿਰ ਮਨਾ। ਔਰੰਗਜ਼ੇਬ, ਚੱਲ ਤੂੰ ਮੇਰੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ, ਕਿਸੇ ਹੋਰ ਸੰਤ ਮਹਾਂਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ, ਕਮ ਸੇ ਕਮ ਤੇਰਾ ਦੀਨੀ ਭਰਾ, ਇਸਲਾਮ ਨੂੰ ਮੰਨਣ ਵਾਲਾ ਫਿਰਦੌਸੀ, ਉਹਦੀ ਗੱਲ ਹੀ ਮੰਨ ਲੈਂਦਾ। ਕਿਤਨਾ ਸੋਹਣਾ ਉਸਨੇ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚੇ ਖੁਸ਼ ਗੁਫਤੋ ਫਿਰਦੌਸੀਏ ਖੁਸ਼ਤਰ ਜ਼ਬਾਂ। ਕਿਤਨਾ ਉਸਨੇ ਚੰਗਾ ਲਿਖਿਆ ਹੈ, ਕਿਤਨੇ ਚੰਗੇ ਬੋਲ ਉਸਨੇ ਬੋਲੇ ਨੇ, ਕਿਤਨਾ ਮਹਾਨ ਦਰਸ ਦਿੱਤਾ ਉਸਨੇ ਜਗਤ ਨੂੰ ਕਿ ਜ਼ੂਦੀ ਬਵਦ ਕਾਰ ਆਹਿਰ ਮਨਾ। ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ ਹੈ, ਜਲਦਬਾਜ਼ੀ ਦੇ ਚ ਧਿਆਨ ਗਹਿਰਾ ਨਹੀਂ ਜਾਂਦਾ। ਤੂੰ ਇਤਨਾ ਜਲਦਬਾਜ਼ ਮਨੁੱਖ ਹੈ, ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ ਚ ਪਾਇਆ, ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਭਰਾ ਕਤਲ ਕੀਤੇ, ਉਸੇ ਜਲਦਬਾਜ਼ੀ ਦੇ ਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਤੋਂ ਧਰੋ ਕੇ ਜੇਲ੍ਹ ਦੇ ਚ ਪਾਇਆ,
ਉਹ ਦਾਰੇ ਦਾ ਪੱਖ ਲੈਂਦੀ ਸੀ, ਪਿਓ ਦਾ ਪੱਖ ਲੈਂਦੀ ਸੀ, ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ। ਔਰ ਮੂੰਹ ਦੇ ਉੱਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤਬੀਅਤ ਬੰਦਾ ਸੀ, ਦਾਨੀ ਸੁਭਾਅ ਦਾ ਵੀ ਸੀ ਤੇ ਗਿਆਨੀ ਵੀ ਸੀ, ਸ਼ਾਇਰ ਤਬੀਅਤ ਵੀ ਸੀ, ਉਸ ਨੂੰ ਵੀ ਕਤਲ ਕਰ ਦਿੱਤਾ। ਤੇ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ, ਔਰੰਗਜ਼ੇਬ ਨੂੰ ਝਾੜਨ ਲੱਗੀ, ਗੁੱਤੋਂ ਧਰੂ ਕੇ ਉਸ ਨੂੰ ਵੀ ਬੰਦ ਕੀਤਾ। 7 ਸਾਲ ਜੇਲ੍ਹ ਦੇ ਚ ਰਹੀ ਹੈ, ਮਰੀ ਵੀ ਜੇਲ੍ਹ ਦੇ ਚ। ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ, ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ। ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਆਉਂਦਾ ਹੈ ਤੇ ਤੇਰੇ ਹਰ ਕੰਮ ਦੇ ਉੱਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੈ, ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ, ਗਹਿਰਾਈ ਨਾਲ ਸੋਚਿਆ ਹੀ ਨਹੀਂ, ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ, ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ, ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਖੁਸ਼ਗੁਫਤ ਫਿਰਦੌਸੀ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰ ਆਹਿਰ ਮਨਾ। ਆਪਦੀ ਗਿਆਤ ਲਈ ਅਰਜ਼ ਕਰਾਂ, ਦੁੱਖ ਸੁੱਖ ਕਸਵਟੀ ਹੈ, ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ। ਬਥੇਰਿਆਂ ਨੂੰ ਸੁੱਖ ਨੇ ਰੋਕ ਕੇ ਰੱਖਿਆ ਹੋਇਆ ਹੈ, ਬਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਹੋਇਆ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ। ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ, ਇਤਨਾ ਬੇਚੈਨ ਹੈ, ਨਹੀਂ ਜਪ ਕਰ ਸਕਦਾ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਥੀਏਟਰ, ਕਲੱਬ, ਜੂਏ ਖਾਨੇ, ਸ਼ਰਾਬ ਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ, ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ, ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ। ਔਰ ਕੋਈ ਇਤਨਾ ਦੁਖਿਆਰਾ ਹੈ, ਇਤਨਾ ਦੁਖੀ ਹੈ, ਇਤਨਾ ਬੇਚੈਨ ਹੋ ਗਿਆ, ਇਤਨਾ ਪਰੇਸ਼ਾਨ ਹੋ ਗਿਆ, ਗੁਰਦੁਆਰੇ ਆਉਣ ਨੂੰ ਇਸ ਦਾ ਜੀ ਨਹੀਂ ਕਰਦਾ, ਦੁੱਖ ਇਸ ਨੂੰ ਆਉਣ ਹੀ ਨਹੀਂ ਦਿੰਦਾ। ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਔਰ ਪ੍ਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ, ਇਹੀ ਕਸੌਟੀ ਹੈ। ਕਬੀਰ ਕਸੌਟੀ RAM ਕੀ, ਝੂਠਾ ਟਿਕੇ ਨ ਕੋਏ, RAM ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। RAM ਦੀ ਕਸੌਟੀ ਕੀ ਹੈ? ਦੁੱਖ ਸੁੱਖ। ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ। ਕਿਸੇ ਦਾ ਸਿੱਖੀ ਸਿਦਕ ਦੁੱਖਾਂ ਦੇ ਅਥਾਹ ਜਲ ਵਿੱਚ ਡੁੱਬ ਕੇ ਰਹਿ ਜਾਂਦਾ ਹੈ, ਗਰਕ ਹੋ ਜਾਂਦਾ ਹੈ। ਉਹਦੀ ਸਿੱਖੀ ਗਰਕ ਹੋ ਗਈ, ਉਹਦਾ ਨਿਤਨੇਮ ਡੁੱਬ ਗਿਆ, ਉਹਦੀ ਰਹਿਤ ਬਹਿਤ ਡੁੱਬ ਗਈ, ਸਭ ਕੁਝ ਡੁੱਬ ਗਿਆ। ਔਰ ਕੋਈ ਸੁੱਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ। ਗੁਰੂ ਦੀ ਮੋਹਰ ਡੁੱਬ ਗਈ, ਗੁਰੂ ਦੀ ਰਹਿਤ ਬਹਿਤ ਡੁੱਬ ਗਈ, ਨਿਤਨੇਮ ਡੁੱਬ ਗਿਆ, ਅੰਮ੍ਰਿਤ ਵੇਲਾ ਡੁੱਬ ਗਿਆ, ਸਤਸੰਗ ਡੁੱਬ ਗਿਆ, ਗੁਰਬਾਣੀ ਦਾ ਪਾਠ ਡੁੱਬ ਗਿਆ, ਸਭ ਕੁਝ ਗਰਕ ਹੋ ਗਿਆ। ਕਿਸੇ ਦਾ ਸੁੱਖ ਦੇ ਚ ਡੁੱਬ ਗਿਆ, ਕਿਸੇ ਦਾ ਦੁੱਖ ਦੇ ਚ। ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ, ਮੈਂ ਤੇ ਦੇਖਦਾ ਹਮ ਦੇਖਾਂ ਤੈਂ ਡੁੱਬੇ ਹਲੇ, ਸਭ ਡੁੱਬੇ ਪਏ ਨੇ, ਸਭ ਗਰਕ ਹੋਏ ਪਏ ਨੇ। ਕਿਸੇ ਨੂੰ ਸੁੱਖ ਨੇ ਗਰਕ ਕਰਕੇ ਰੱਖ ਦਿੱਤਾ ਹੈ, ਕਿਸੇ ਨੂੰ ਦੁੱਖ ਨੇ ਗਰਕ ਕਰਕੇ ਰੱਖ ਦਿੱਤਾ ਹੈ। ਦੁੱਖ ਸੁੱਖ ਕਰਤ ਜਨਮ ਪੁਨਮ ਹੁਆ, ਕਦੀ ਦੁਖੀ ਕਦੀ ਸੁਖੀ, ਕਦੀ ਸੁਖੀ ਕਦੀ ਦੁਖੀ, ਆਖਰ ਮਰ ਗਿਆ। ਫਿਰਦੌਸੀ ਨੂੰ ਕਿਹਾ, ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ। ਉਹਨੇ ਆਖਿਆ, ਜਹਾਂ ਪਨਾਹ ਕਮ ਸੇ ਕਮ 6 ਮਹੀਨੇ ਤੇ ਚਾਹੀਦੇ। ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ, ਈਰਾਨ ਦੇ ਜੋ ਤਵਾਰੀਖੀ ਘਟਨਾਵਾਂ, ਜੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ ਲਿਖਤੀ ਰੂਪ ਦਿਆਂ ਤੇ ਕਾਫੀ ਸਮਾਂ ਲੱਗੇਗਾ। ਪਰ ਸਾਰੀ ਦੁਨੀਆ, ਸਾਰਾ ਜਹਾਨ, ਸਾਰੀ ਜ਼ਮੀਨ ਦੇ ਉੱਤੇ ਜਿੰਨੇ ਮੁਲਕ ਨੇ ਤੇ ਤਵਾਰੀਖੀ ਹਾਲਾਤ ਤੁਸੀਂ ਜਾਣਨਾ ਚਾਹੁੰਦੇ ਹੋ, ਕਮ ਸੇ ਕਮ 6 ਮਹੀਨੇ। ਬਾਦਸ਼ਾਹ ਨੇ ਕਿਹਾ, ਠੀਕ ਹੈ, 6 ਮਹੀਨੇ ਮੈਂ ਉਡੀਕ ਕਰਾਂਗਾ, ਤੂੰ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਲਿਖ ਕੇ ਲਿਆਵੇਂਗਾ।
ਔਰ ਮੈਂ ਉਸ ਨੂੰ ਪੜ੍ਹਾਂਗਾ ਜਗਤ ਦੇ ਵਿੱਚ ਅੱਜ ਤੱਕ ਕੀ ਕੁਛ ਹੋਇਆ ਹੈ। 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦੌਸੀ ਨੇ ਬਾਦਸ਼ਾਹ ਦੇ ਅੱਗੋਂ ਇਹ ਪੋਥੀਆਂ ਰੱਖ ਦਿੱਤੀਆਂ। ਜਹਾਂ ਪਨਾ ਤੁਸੀਂ ਕਿਹਾ ਸੀ ਸੰਸਾਰ ਦਾ ਇਤਿਹਾਸ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ। ਜੋ ਮੁੱਖ ਹਾਦਸੇ ਹੋਏ ਨੇ, ਜੋ ਮੁੱਖ ਉਪਲਬਧੀਆਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਵਿੱਚ, ਮੈਂ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੜੋ। ਥੱਬਾ ਪੋਥੀਆਂ ਦਾ ਦੇਖ ਕੇ ਕਹਿਣ ਲੱਗਾ, ਹੈ ਤੂੰ ਨਿਰਾ ਮੈਨੂੰ ਵੇਲਾ ਹੀ ਸਮਝ ਲਿਆ, ਹੀ ਪੜਦਾ ਰਹਾ। ਛੋਟਾ ਕਰਕੇ ਲਿਆ, ਸ਼ਾਰਟ ਕਰ। ਇੰਨਾ ਇਤਨਾ ਮੇਰੇ ਕੋਲ ਸਮਾਂ ਕਿੱਥੇ, ਇਤਨਾ ਮੇਰੇ ਕੋਲ ਵਕਤ ਕਿੱਥੇ। ਤੂੰ ਇਸ ਦਾ ਛੋਟਾ ਰੂਪ ਬਣਾ। ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲੱਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਦੇ ਵਿੱਚ। ਵੱਡੇ ਹਾਦਸਾਤ ਉਸਨੇ ਰਹਿਣ ਦਿੱਤੇ, ਵੱਡੇ ਉਪਲਬਧੀਆਂ ਜੋ ਵੱਖ-ਵੱਖ ਦੇਸ਼ਾਂ 'ਚ ਹੋਈਆਂ ਉਹ ਤੇ ਰਹਿਣ ਦਿੱਤੀਆਂ, ਬਾਕੀ ਕੱਢ ਦਿੱਤੀਆਂ। 4 ਸੈਂਚੀਆਂ ਜਦ ਅੱਗੋਂ ਰੱਖੀਆਂ, ਬਾਦਸ਼ਾਹ ਕਹਿਣ ਲੱਗਾ ਅਜੇ ਵੀ ਜ਼ਿਆਦਾ ਹੈ, ਮੇਰੇ ਕੋਲ ਵਕਤ ਨਹੀਂ ਹੈ, मैं बहुत मसरूफ। शायर अपनी तबीयत नाल लिखदा रहा है, शहनशाह दी अपनी तबीयत। इसनू छोटा कर। भावें फिरदौसी ने उस दिन आख्या, जहां पना जो मैं लिख चुके हाँ उन्हों छोटा करने दे कम से कम 4 गुणा मेहनत होर लगेगी। दुध नूं लस्सी बनांदियां देर नहीं लगती, पानी पाई जाओ। दुध नूं खोया बनांदियां देर लगेगी, दुध नूं घिओ बनांदियां वक्त लगेगा। ठीक है, होर मैं छोटा करदा। एक किताब की शक्ल दे च लिया, सिर्फ इको ही कॉपी, इको ही किताब। बादशाह ने कहा नहीं, इस तो भी छोटा, ये भी 500 सफ़ियां दी तू पोथी लेके आ गया, मैं नहीं पढ़ सकता, इतना नहीं है समा मेरे को। बेचारा छोटा करन लगा। और शहनशाह दे सुभाव दा भी उसनूं पता सी। शायर सी, फकीर सी, पर उसदे सुभाव नूं जाणदा सी। अज जद महलों विच दाखिल होया है ते बादशाह बिस्तरे मरग ते पिया, आखिरी दमा ते दम तोड़ रहा सी। शाही तबीब कोल बैठे, फिरदौसी आया, कहंदा शहनशाह मैं संसार दा इतिहास लिख के ले आया, बहुत छोटे रूप विच, बहुत छोटे रूप विच। किथे किताब, उसने हथ किया अगों, कहंदे नहीं किताब की लोड़ नहीं, मैं सिर्फ एक लम्हे दे सुना सकदा थानू, एक लम्हे दे भाव 1 मिनट दे, इतना ही इतिहास है। तो ये बादशाह कहंदा मेरा आखिरी दम टुट जाए, सुना दे, छेती सुना, की इतिहास है। शहनशाह, इतिहास यही है, मनुख जमदे ने, कदी दुखी आउंदे ने, कदी सुखी आउंदे ने, अखीर दे इस तरह दम तोड़ जाते हैं जिवें तू तोड़ रहे। बस यही इतिहास है, और कुछ भी नहीं, कुछ भी नहीं। दुख सुख करत जन्म फनम हुआ, चरण शरण गुर आश्रम दिया। महाराज कहते कदी दुख कदी सुख ते मर गए। कदी दुख ने इतना बेहाल कर दिता, जबान ते वाहिगुरू नहीं आया। कदी सुख ने इतना सुखियारा कर दिता, आलसी कर दिता, अमृत वेला खो गया, नितनेम खो गया।